ਕੁੜੀਆਂ ਜੀ ਫਿਰ ਬਦਲ ਜਾਂਦੀਆਂ ਉੱਧਰ ਜਾ ਕੇ, ਪੈਸੇ ਲਵਾਤੇ ਸਾਡੇ ਵਰਗਿਆਂ ਦੇ, ਉੱਧਰ ਜਾ ਕੇ ਬਦਲ ਗਈਆਂ। ਉਹ ਮੁੰਡੇ ਨਾਲ ਕਿਸੇ ਨਾਲ ਫੋਟੋ ਮੁੰਡੇ ਦੇ ਕੁੜੀ ਉੱਤੇ ਐਂ ਬਾਂਹ ਧਰ ਕੇ ਫੋਟੋ ਖਿੱਚੀ ਹੋਈ ਹੈ, ਕੀ ਨਾਂ ਜਨੇਤਪੁਰੇ ਦਾ ਮੁੰਡਾ ਉਹ। ਹਾਂ ਜੀ, ਦੇਖ ਲਓ, ਪੈਸੇ ਸਾਡੇ ਲਵਾਏ ਨੇ, ਮੌਜ ਮਸਤੀ ਉਹਦੇ ਨਾਲ ਕਰਦੀ ਫਿਰਦੀ ਹੈ। ਮਾੜੀ ਜੀ ਵੀ ਭਿਣਕ ਨਹੀਂ ਪਈ ਕਦੇ ਲਵਪ੍ਰੀਤ ਦੀਆਂ ਗੱਲਾਂ ਤੋਂ? ਕਦੀ ਕੁਝ ਅਹਿਸਾਸ ਨਹੀਂ ਹੋਇਆ ਵੀ ਕੁਝ ਇਹਨਾਂ 'ਚ ਖਰਾਬ ਚੱਲ ਰਿਹਾ ਹੈ? ਜਿੰਨੇ ਚਿਰ ਫੀਸਾਂ ਭਰੀਆਂ ਗਈਆਂ ਉਸ ਤੋਂ ਬਾਅਦ ਫਰਕ ਪਿਆ। ਪਹਿਲਾਂ ਠੀਕ ਸੀਗਾ, ਪਹਿਲਾਂ ਫੋਨ ਵੀ ਕਰਦੀ ਸੀ, ਸਭ ਕਰਦੀ ਸੀ। ਤੁਹਾਡੇ ਨਾਲ ਗੱਲ ਹੁੰਦੀ ਸੀ? ਹਾਂ, ਸਾਡੇ ਹੁੰਦੀ। ਮੈਨੂੰ ਸਪੈਸ਼ਲ ਫੋਨ ਆਇਆ ਵੀ ਡੈਡੀ ਫੀਸ ਮੇਰੀ ਭੇਜ ਦਿਓ ਫੀਸ। ਫਿਰ ਫੀਸ ਭੇਜੀ ਸੀ 5 ਲੱਖ। ਉਸ ਤੋਂ ਬਾਅਦ ਫਿਰ ਗੱਲ ਕਰਨੋਂ ਹਟ ਗਈ। ਬੇਅੰਤ ਦੀਆਂ ਗੱਲਾਂ 'ਚੋਂ ਅੰਕਲ ਇਹ ਚੀਜ਼ ਸਾਹਮਣੇ ਆਈ ਆ, ਉਹ ਕਹਿੰਦੀ ਵੀ ਉਹ ਪਹਿਲਾਂ ਹੀ ਪਰੇਸ਼ਾਨ ਰਹਿੰਦਾ ਸੀ ਵੀ ਪਰਿਵਾਰ ਨੇ ਕੁਝ ਲੁਕੋਇਆ ਹੈ, ਤੇ ਉਹ ਜਿਸ ਤਰੀਕੇ ਨਾਲ ਉਹਨੇ ਹੋਰ ਚੈਨਲਾਂ 'ਤੇ ਗੱਲਬਾਤ ਕੀਤੀ, ਉਹ ਕਹਿੰਦੀ ਵੀ ਇਹ ਮਰ ਨਹੀਂ ਸੀ ਸਕਦਾ। ਕਹਿੰਦੀ ਮੇਰਾ ਘਰ ਵਾਲਾ, ਮੈਨੂੰ ਪਤਾ ਉਹ ਮਰ ਨਹੀਂ ਸੀ ਸਕਦਾ। ਇਹਨਾਂ ਚੀਜ਼ਾਂ ਦਾ ਕੀ ਅਰਥ ਆ ਨਿਕਲਦਾ? ਫਿਰ ਕਿ ਫੋਨ ਕਿਉਂ ਚੱਕਿਆ ਉਹਦਾ? ਜਦੋਂ 8 ਫੋਨ ਕਰੇ ਨਾ ਉਹਦੇ, ਜਿੱਦੇ ਮਰਿਆ ਇੱਕ ਫੋਨ ਵੀ ਨਹੀਂ ਚੱਕਿਆ ਉਹਦਾ। ਅੰਕਲ ਜਿਵੇਂ ਹੁਣ ਉਹਦੇ ਬੇਅੰਤ ਕੌਰ ਦੇ ਬਿਆਨ ਆ ਰਹੇ ਆ ਕਿ ਮੇਰੇ ਮਾਂ-ਬਾਪ ਆ, ਕੋਈ ਗੱਲ ਨਹੀਂ, ਜੋ ਚੀਜ਼ ਹੋ ਗਈ ਆ ਮੈਂ ਸਾਂਭੂੰਗੀ, ਇਹਨਾਂ ਦੇ ਕੋਲੇ ਆਉਂਗੀ ਜੇ ਮੈਨੂੰ ਆਉਣ ਦੀ ਜ਼ਰੂਰਤ ਪੈ ਗਈ। ਇਹਨਾਂ ਗੱਲਾਂ ਤੋਂ ਕੁਝ ਆਈ ਨਹੀਂ ਲੱਗਦਾ ਕਿ ਚਲੋ ਸ਼ਾਇਦ ਉਹ ਆਵੇ ਤੇ ਵਾਪਸ ਉਹਨੂੰ ਕਬੂਲ ਕਰ ਲਵਾਂਗੇ? ਉਹ ਤਾਂ ਵਕੀਲ ਕਰੀ ਬੈਠੀ ਹੈ, ਸਾਰਾ ਕੁਝ ਕਰੀ ਬੈਠੀ। ਆਉਂਦੀ ਕਿੱਥੇ? ਉਹ ਜਾਣ ਕੇ ਝੂਠ ਬਣਾ ਰਹੀ ਜਾਂਦੀ ਹੈਗੀ। ਲੱਗਦਾ ਨਹੀਂ ਹੈ ਕਿ ਇੰਨੇ ਛੋਟੇ-ਛੋਟੇ ਬੱਚਿਆਂ ਦੇ ਰਿਸ਼ਤੇ ਤੈਅ ਕਰਕੇ ਹਜੇ ਵੀ ਅਸੀਂ ਲਗਾਤਾਰ ਧੜਾ-ਧੜ ਹੋਈ ਜਾ ਰਹੇ ਆ। ਇਹ ਚੀਜ਼ਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਕੁਝ ਕਿਤੇ ਗਲਤੀ ਹੋਈ ਆ ਪਰਿਵਾਰਾਂ ਤੋਂ? ਗਲਤੀ ਹੈਗੀ ਵੀ ਛੋਟੇ ਵਿਆਹ 'ਤੇ ਵਾਲੇ ਹੋਏ। ਉਹ ਧੱਕੇ ਨਾਲ ਸਾਨੂੰ ਦੱਸਦਾ ਵੀ ਰਿਸ਼ਤੇਦਾਰ ਨੂੰ ਜਵਾਬ ਨਹੀਂ ਦੇ ਸਕੇ ਸੀ। ਉਹ ਕਹਿੰਦੇ ਵੀ ਲਾਡੀ ਨੂੰ ਸਾਕ ਕਰਾਉਣਾ, ਕਰਾ ਦਿਓ। ਫਿਰ ਜਿਹੜੀ ਦਾ ਕੁੜੀ ਸੀਗੀ ਬਾਹਰ, ਉਹ ਫੀਸ ਹੀ ਉੱਧਰ ਭਰ ਦਿੱਤੀ। ਕਦ ਤੱਕ ਤੁਸੀਂ ਬੈਠੋਗੇ? ਇਹ ਪਹਿਲਾਂ ਆਪਣੀ ਗੱਲ ਹੋਈ ਆ, ਇਕੱਲੀ ਧਾਰਾ ਬਦਲਵਾਉਣੀ ਆ ਜਾਂ ਕੋਈ ਹੋਰ ਉਮੀਦ ਕਰਦੇ ਹੋ ਉਸ ਬੱਚੀ ਤੋਂ? ਕੋਈ ਉਮੀਦ ਕਰਦੇ ਆ ਕੋਈ ਉਹਦੇ ਲਈ ਕੋਈ ਮਾਫੀ ਜਾਂ ਕੁਝ ਇੱਦਾਂ ਦਾ ਮਨ 'ਚ ਹੈ ਤੁਹਾਡੇ? ਉਹਨਾਂ ਪਰਿਵਾਰ ਸਾਰਾ ਵੀ ਵਿੱਚ ਲੈਣਾ ਹੈਗਾ। 306 ਪਰਚਾ ਕਰਾਉਣਾ ਚਾਹੁੰਦੇ ਆ, ਪਰਿਵਾਰ ਉਹਨਾਂ ਸਾਰਾ ਅੰਦਰ ਹੋਵੇ। ਹੁਣ ਐਂ ਲੱਗਦਾ ਵੀ ਮਾਫ ਨਹੀਂ ਕਰਦੇ? ਮਾਫ ਨਹੀਂ ਹੁੰਦੇ ਕਰਦੇ, ਭਾਵੇਂ ਸਾਨੂੰ 10 ਦਿਨ ਬੈਠਣਾ ਪਏ, ਜਿੰਨਾ ਮਰਜ਼ੀ ਬੈਠਣਾ, ਉੱਠਦੇ ਨਹੀਂ ਹੈਗੇ ਇਸ ਤੋਂ। ਪਰਚਾ ਕਰਾ ਕੇ ਉੱਠਾਂਗੇ। ਲੋਕ ਸਾਡੇ ਨਾਲ ਸਾਥ ਬਹੁਤ ਦਿੰਦੇ ਨੇ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਪਿਛਲੇ ਦਿਨੀ ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਵਾਲਾ ਮਾਮਲਾ ਜਿਹੜਾ ਇਸ ਕਦਰ ਸਾਹਮਣੇ ਆਇਆ ਕਿ ਇਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਤੰਦਾਂ, ਬਹੁਤ ਸਾਰੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਤੇ ਇਸ ਵੇਲੇ ਜਿਸ ਘਰ ਦਾ ਬੱਚਾ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ, ਲਵਪ੍ਰੀਤ ਸਿੰਘ, ਉਹਦੇ ਪਿਤਾ ਜੀ ਮੇਰੇ ਨਾਲ ਮੌਜੂਦ ਨੇ, ਬਲਵਿੰਦਰ ਸਿੰਘ। ਔਰ ਇਸ ਵੇਲੇ ਜਿੱਥੇ ਮੈਂ ਬੈਠੀ ਹੋਈ ਹਾਂ, ਮੈਂ ਜ਼ਰੂਰ ਦੱਸ ਦਿਆਂ ਕਿ ਮੀਂਹ ਦਾ ਮੌਸਮ ਹੈ ਔਰ ਬਠਿੰਡਾ ਚੰਡੀਗੜ੍ਹ ਰੋਡ ਦੇ ਉੱਤੇ ਧਨੌਲਾ ਪਿੰਡ ਦੇ ਨੇੜੇ ਸੜਕ ਜਾਮ ਕਰਕੇ ਬੈਠਾ ਹੋਇਆ ਲਵਪ੍ਰੀਤ ਦਾ ਪਰਿਵਾਰ, ਤੇ ਉੱਥੇ ਅਸੀਂ ਮੌਜੂਦ ਹਾਂ ਇਸ ਵੇਲੇ। ਤੇ ਲਵਪ੍ਰੀਤ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਲਵਪ੍ਰੀਤ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਹੋ ਗਈਆਂ, ਤੇ ਸ਼ਾਇਦ ਇੱਕ ਜਿਹੜੀ ਪਰਿਵਾਰ ਦੀ ਕਹਿੰਦੇ ਹੁੰਦੇ ਇੱਜ਼ਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੇ ਪਰਦੇ ਹੁੰਦੇ ਆ ਇੱਕ ਮੀਆਂ ਬੀਵੀ ਦੇ ਘਰ ਦੇ, ਉਹ ਸਭ ਵੀ ਸਾਹਮਣੇ ਆ ਗਿਆ, ਕਿਸੇ ਦੀ ਵੀ ਗਲਤੀ ਰਹੀ ਹੋਵੇ। ਪਹਿਲਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਵੇਂ ਦਾ ਸ਼ੁਰੂ ਤੋਂ ਕਿੰਨੇ ਕੁ ਤੁਸੀਂ ਆਰਥਿਕ ਪੱਧਰ 'ਤੇ ਕਿੱਦਾਂ ਦੇ ਹੈਗੇ ਹੋ, ਔਰ ਕਿੰਨੇ ਬੱਚੇ ਸੀ, ਤੇ ਲਵਪ੍ਰੀਤ ਦਾ ਜਨਮ ਕਦੋਂ ਹੋਇਆ ਸੀ? 3 ਬੱਚੇ ਨੇ ਜੀ, 2 ਕੁੜੀਆਂ, 1 ਮੁੰਡਾ ਛੋਟਾ ਦੀ। 98 ਦਾ ਜਨਮ ਸੀ ਦਾ। ਲਵਪ੍ਰੀਤ ਦਾ 98? ਹਾਂ ਜੀ। ਤੇ ਕਿੱਥੋਂ ਤੱਕ ਪੜ੍ਹਿਆ ਸੀ ਲਵਪ੍ਰੀਤ, ਤੇ ਕਿਵੇਂ ਦੇ ਸੁਭਾਅ ਦਾ ਮੁੰਡਾ ਸੀ ਉਹ? 12 ਪੜ੍ਹਿਆ ਸੀ। ਸੁਭਾਅ ਬਹੁਤ ਨਰਮ ਸੁਭਾਅ ਦਾ ਜੀ। ਹਾਂ ਜੀ। ਜਿਹੜਾ ਇੱਕ ਕੈਨੇਡਾ ਜਾਣ ਦਾ ਸੁਪਨਾ ਇਹ ਤੁਹਾਡਾ ਸੁਪਨਾ ਸੀ ਜਾਂ ਲਵਪ੍ਰੀਤ ਦਾ ਸੁਪਨਾ ਸੀ? ਉਹਦੀਆਂ ਘਰੇ ਕਿਵੇਂ ਦੀਆਂ ਗੱਲਾਂ ਹੁੰਦੀਆਂ ਸੀ? ਬੱਚਾ ਬਹੁਤ ਕੁਝ ਦੱਸਦਾ ਹੈ ਵੀ ਮੈਂ ਆਹ ਬਣਨਾ। ਲਵਪ੍ਰੀਤ ਦਾ ਸੁਪਨਾ ਕੀ ਸੀ? ਮੇਰੀ ਗੁੱਡੀ ਦਾ ਜੀ ਬੈਂਡ ਆਏ ਸੀਗੇ ਕਿਸੇ, ਉਹਦਾ ਆਫਰ ਲੈਟਰ ਵੀ ਆਇਆ ਸੀ ਅੰਗਰੇਜ਼ੀ ਦਾ, ਕੈਨੇਡਾ ਦਾ। ਉਹ ਕਹਿੰਦੀ ਵੀ ਚੱਲ ਡੈਡੀ ਵੀ ਲਾਡੀ ਨੂੰ ਤੋਰ ਦਿਓ, ਮੇਰਾ ਤਾਂ ਸਰ ਜੂਗਾ। ਫੀਸ ਤਾਂ ਜੀ ਉਹਦੀ ਭਰਨੀ ਸੀ। ਇਹ ਸਾਡੇ ਰਿਸ਼ਤੇਦਾਰੀ ਤੋਂ ਸਾਕ ਹੋ ਗਿਆ ਸੀ ਜੀ। ਮੇਰੀ ਭੈਣ ਵੈਸੇ ਮੰਗੇਵਾਲ, ਉਹਨਾਂ ਨੇ ਕਰਾਤਾ ਇਹਨੂੰ ਵੀ ਲਾਡੀ ਨੂੰ ਕਰਾ ਦਿੰਦੇ ਹਾਂ ਜੀ। ਹਾਂ, ਅਸੀਂ ਉਹਦੀ ਫੀਸ ਭਰਤੀ ਕੁੜੀ ਦੀ, ਆਪਦੀ ਕੁੜੀ ਦੀ ਮੈਂ ਭਰੀ ਨਹੀਂ, ਉਹਦੀ ਨੂੰਹ ਦੀ ਭਰਤੀ ਜੀ। ਅੰਕਲ ਇਹ ਕਿਹਦਾ ਸੁਪਨਾ ਸੀਗਾ? ਕੈਨੇਡਾ ਸ਼ਬਦ ਕਿਹਦੇ ਦਿਮਾਗ 'ਚ ਆਇਆ? ਤੁਹਾਡੇ ਮਨ 'ਚ ਆਇਆ ਵੀ ਪੁੱਤ ਨੂੰ ਭੇਜ ਦਈਏ, ਜਾਂ ਲਵਪ੍ਰੀਤ ਦਾ ਸੁਪਨਾ ਸੀ ਇਹ? ਸਾਰਿਆਂ ਦੀ ਸਾਡੇ ਪਰਿਵਾਰ ਦਾ ਜੀ, ਵੀ ਚੱਲ ਲਾਡੀ ਨੂੰ ਤੋਰ ਦਿੰਦੇ ਹਾਂ। ਕੁੜੀ ਕਹਿੰਦੀ ਵੀ ਚੱਲ ਡੈਡੀ ਮੇਰਾ ਤਾਂ ਸਰਜੂ, ਵੀ ਇਹਨੂੰ ਭੇਜ ਦਿਓ। ਉਹਨੇ ਆਫਰ ਲੈਟਰ ਆਇਆ ਸੀ ਉਹਦਾ, ਉਹ ਕਹਿੰਦੀ ਮੇਰਾ ਸਰਜੂ, ਚਲੋ ਮੇਰੇ ਸਹੁਰੇ ਨੇ ਭੇਜਣਾ, ਭੇਜ ਦੇਣਗੇ ਵੀ ਇਹਨੂੰ ਤੋਰ ਦਿਓ। ਤੇ
ਲਵਪ੍ਰੀਤ ਵੈਸੇ ਜ਼ਿੰਦਗੀ 'ਚ ਕੀ ਬਣਨਾ ਚਾਹੁੰਦਾ ਸੀਗਾ, ਕਿਉਂਕਿ ਬੱਚੇ ਬਹੁਤ ਚੀਜ਼ਾਂ ਦੱਸਦੇ ਆ, ਪਿਓ ਨਾਲ ਤਾਂ ਪੁੱਤ ਦਾ ਬਹੁਤਾ ਹੀ ਗੂੜਾ ਰਿਸ਼ਤਾ ਹੁੰਦਾ, ਪਿਓ ਨਾਲ ਤਾਂ ਪੁੱਤ ਤੇ ਪਿਓ ਵੀ ਸ਼ਾਇਦ ਧੀ ਨੂੰ ਕਿਤੇ ਨਾ ਕਿਤੇ ਅਣਦੇਖਾ ਕਰ ਵੀ ਦੇਣ, ਪਰ ਪੁੱਤ ਦੇ ਲਈ ਪਹਿਲ ਹੁੰਦੀ ਆ। ਲਵਪ੍ਰੀਤ ਕਦੇ ਗੱਲਾਂ ਕਰਦਾ ਹੁੰਦਾ ਸੀ ਵੀ ਕੀ ਉਹਦਾ ਨਿੱਕੇ ਹੁੰਦੇ ਸੁਪਨਾ ਬਣਦਾ ਕੀ ਸੀ, ਕਿ ਉਹਨੇ ਪਹਿਲਾਂ ਹੀ ਇਹ ਸੋਚਿਆ ਹੋਇਆ ਸੀ ਵੀ ਮੈਂ ਬਾਹਰ ਹੀ ਜਾਣਾ ਹੈ? ਮੇਰੇ ਤਾਏ ਦੇ ਮੁੰਡੇ ਦਾ ਮੁੰਡਾ ਗਿਆ ਸੀ ਬਾਹਰ, ਉਹਨੂੰ ਐ ਵੀ ਮੈਂ ਵੀ ਬਾਹਰ ਹੀ ਜਾਵਾਂ ਬਸ। ਬਾਕੀ ਉਹਦੇ ਆੜੀ ਦੋਸਤ ਬਹੁਤ ਗਏ ਨੇ ਬਾਹਰ ਇੱਥੋਂ, ਉਹਨੂੰ ਐਂ ਤੇ ਵੀ ਮੈਂ ਵੀ ਬਾਹਰ ਵਗ ਜਾ। ਅੰਕਲ ਇਹ ਤੁਹਾਡਾ ਦੁੱਖ ਬਹੁਤ ਵੱਡਾ, ਇਹਦੇ ਬਰਾਬਰ ਕੁਝ ਵੀ ਕਹਿਣ ਸੁਣਨ ਤੋਂ ਪਰੇ ਆ, ਪਰ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਤੁਸੀਂ ਇੱਕ ਉਹ ਪਿਓ ਹੋ ਜਿਨ੍ਹਾਂ ਨੇ ਹੁਣ ਜਿਹੜੀ ਚੀਜ਼ ਦਾ ਸਾਹਮਣਾ ਕੀਤਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਊਗਾ ਜਿਹੜਾ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ। ਤੁਹਾਡੀਆਂ ਬਹੁਤ ਗੱਲਾਂ ਦੇ ਵਿੱਚੋਂ ਸੁਣਿਆ ਵੀ ਇਹ ਨਹੀਂ ਕਰਨਾ ਚਾਹੀਦਾ। ਕੀ ਲੱਗਦਾ ਹੈ ਕਿ ਆ ਥੋੜੇ ਸਮੇਂ ਤੋਂ ਪਹਿਲਾਂ ਹੁਣ ਮੁੰਡਿਆਂ ਦੇ ਉੱਤੇ ਗੱਲਾਂ ਉੱਠਣ ਲੱਗ ਗਈਆਂ ਵੀ ਉਹ ਆਪ ਕਿਉਂ ਨਹੀਂ ਪੜ੍ਹਦੇਗੇ, ਇਹ ਚੀਜ਼ਾਂ ਤੇ ਕੀ ਲੱਗਦਾ ਹੈ ਕਿ ਸਾਨੂੰ ਇੱਕ ਸਬਕ ਮਿਲਿਆ ਜਾਂ ਕੀ? ਕਿਉਂਕਿ ਬਹੁਤ ਮੁੰਡੇ ਇਸੇ ਲਾਈਨ ਦੇ ਵਿੱਚ ਖੜੇ ਹੋਏ ਆ ਜਿਸ ਲਾਈਨ 'ਚੋਂ ਲਵਪ੍ਰੀਤ ਗਿਆ ਹੈ। ਕੁੜੀਆਂ ਜੀ ਫਿਰ ਬਦਲ ਜਾਂਦੀਆਂ ਉੱਧਰ ਜਾ ਕੇ, ਪੈਸੇ ਲਵਾਤੇ ਸਾਡੇ ਵਰਗਿਆਂ ਦੇ, ਉੱਧਰ ਜਾ ਕੇ ਬਦਲ ਗਈਆਂ। ਉਹ ਮੁੰਡੇ ਨਾਲ ਕਿਸੇ ਨਾਲ ਫੋਟੋ, ਮੁੰਡੇ ਦੀ ਕੁੜੀ ਉੱਤੇ ਐਂ ਬਾਂਹ ਧਰ ਕੇ ਫੋਟੋ ਖਿੱਚੀ ਹੋਈ ਹੈ, ਕੀ ਨਾਮ ਜਨੇਤਪੁਰੇ ਦਾ ਮੁੰਡਾ ਉਹ। ਜੀ 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 ਹਾਂ ਜੀ, ਦੇਖ ਲਓ ਹੁਣ ਪੈਸੇ ਛੱਡ ਲਵੇ ਨੇ, ਮੌਜ ਮਸਤੀ ਉਹਦੇ ਨਾਲ ਕਰਦੀ ਫਿਰਦੀ ਹੈ। ਐਂ ਨਹੀਂ ਲੱਗਦਾ ਵੀ ਹੁਣ ਜਿਹੜੇ ਮੁੰਡੇ ਆ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ, ਪਹਿਲਾਂ ਇੱਕ ਵਕਤ ਹੁੰਦਾ ਸੀ ਜਦੋਂ ਕਹਿੰਦੇ ਹੁੰਦੇ ਸੀ ਵੀ ਮੁੰਡਾ ਕੁੜੀ ਨੂੰ ਵਿਆਹ ਕੇ ਛੱਡ ਗਿਆ ਵਾਪਸ ਨਹੀਂ ਲੈ ਕੇ ਗਿਆ, ਤੇ ਹੁਣ ਇਹ ਚੀਜ਼ਾਂ ਬਦਲ ਗਈਆਂ। ਹੁਣ ਲੱਗਦਾ ਨਹੀਂ ਆ ਵੀ ਮੁੰਡਿਆਂ ਨੂੰ ਆਪ ਮਿਹਨਤ ਕਰੇ, ਕਿਉਂਕਿ ਇਹਦੇ ਉੱਤੇ ਕਿੰਤੂ ਪਰੰਤੂ ਹੋ ਗਿਆ, ਇੱਕ ਤਾਂ ਬੱਚਾ ਚਲਾ ਗਿਆ, ਉੱਤੇ ਲੋਕਾਂ ਨੇ ਇਹ ਵੀ ਗੱਲਾਂ ਕੀਤੀਆਂ। ਮੈਂ ਤਾਂ ਕਹਿੰਦਾ ਜੀ ਪੰਜਾਬ 'ਚ ਹੀ ਰਹਿਣ, ਜਾਣ ਦੀ ਫਾਇਦਾ ਹੀ ਨਹੀਂ ਜੀ, ਪੈਸੇ ਲਾਉਣ ਦਾ। ਹਾਂ, ਨਾ ਤਾਂ ਵਾਹਣ ਗਹਿਣੇ ਪਿਆ ਮੇਰਾ, ਨਾਲੇ ਸਕੀਰੀਆਂ ਵਾਲੇ ਪੈਸੇ ਫੜ ਲਏ, ਨਾਲੇ ਮੁੰਡਾ ਵਗ ਗਿਆ ਘਰੋਂ। ਅੰਕਲ ਵਿਆਹ ਜਦੋਂ ਹੋਇਆ ਉਸ ਵੇਲੇ ਲਵਪ੍ਰੀਤ ਤੇ ਬੇਅੰਤ ਦਾ ਰਿਸ਼ਤਾ ਕਿਵੇਂ ਦਾ ਸੀ? ਕਿਉਂਕਿ ਦੱਸਦੇ ਆ ਕਿ ਬਹੁਤ ਥੋੜੇ ਦਿਨ ਉਹ ਬੇਅੰਤ ਇੱਥੇ ਰਹੀ ਆ, ਮਾੜੀ ਜਿਹੀ ਵੀ ਭਿਣਕ ਨਹੀਂ ਪਈ ਕਦੇ ਲਵਪ੍ਰੀਤ ਦੀਆਂ ਗੱਲਾਂ ਤੋਂ, ਕਦੀ ਕੁਝ ਅਹਿਸਾਸ ਨਹੀਂ ਹੋਇਆ ਵੀ ਕੁਝ ਇਹਨਾਂ 'ਚ ਖਰਾਬ ਚੱਲ ਰਿਹਾ ਹੈ? ਜਿੰਨੇ ਚਿਰ ਫੀਸਾਂ ਭਰੀਆਂ ਉਸ ਤੋਂ ਬਾਅਦ ਫਰਕ ਪਿਆ। ਪਹਿਲਾਂ ਠੀਕ ਸੀਗਾ, ਪਹਿਲਾਂ ਫੋਨ ਵੀ ਕਰਦੀ ਸੀ, ਸਭ ਕਰਦੀ ਸੀ। ਤੁਹਾਡੇ ਨਾਲ ਗੱਲ ਹੁੰਦੀ ਸੀ? ਹਾਂ, ਸਾਡੇ ਹੁੰਦੀ। ਮੈਨੂੰ ਸਪੈਸ਼ਲ ਫੋਨ ਆਇਆ ਵੀ ਡੈਡੀ ਫੀਸ ਮੇਰੀ ਭੇਜ ਦਿਓ, ਫਿਰ ਫੀਸ ਭੇਜੀ ਸੀ 5 ਲੱਖ। ਉਸ ਤੋਂ ਬਾਅਦ ਫਿਰ ਗੱਲ ਕਰਨੋਂ ਹਟ ਗਈ। ਬੇਅੰਤ ਦੀਆਂ ਗੱਲਾਂ 'ਚੋਂ ਅੰਕਲ ਇਹ ਚੀਜ਼ ਸਾਹਮਣੇ ਆਈ ਆ, ਉਹ ਕਹਿੰਦੀ ਵੀ ਉਹ ਪਹਿਲਾਂ ਹੀ ਪਰੇਸ਼ਾਨ ਰਹਿੰਦਾ ਸੀ ਵੀ ਪਰਿਵਾਰ ਨੇ ਕੁਝ ਲੁਕੋਇਆ ਹੈ, ਤੇ ਉਹ ਜਿਸ ਤਰੀਕੇ ਨਾਲ ਉਹਨੇ ਹੋਰ ਚੈਨਲਾਂ 'ਤੇ ਗੱਲਬਾਤ ਕੀਤੀ, ਉਹ ਕਹਿੰਦੀ ਵੀ ਇਹ ਮਰ ਨਹੀਂ ਸੀ ਸਕਦਾ, ਉਹ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਪਤਾ ਉਹ ਮਰ ਨਹੀਂ ਸੀ ਸਕਦਾ। ਇਹਨਾਂ ਚੀਜ਼ਾਂ ਦਾ ਕੀ ਅਰਥ ਨਿਕਲਦਾ? ਫਿਰ ਕਿਹਾ ਫੋਨ ਕਿਉਂ ਚੱਕਿਆ ਉਹਦਾ, ਜਦੋਂ 8 ਫੋਨ ਕਰੇ ਨੇ ਉਹਦੇ, ਜਿੱਦੇ ਮਰਿਆ ਇੱਕ ਫੋਨ ਵੀ ਨਹੀਂ ਚੱਕਿਆ ਉਹਦਾ। ਉਹਦਾ ਕਹਿਣਾ ਹੈ ਕਿ ਇਹ ਚੀਜ਼ਾਂ ਸਾਡੇ 'ਚ ਹਮੇਸ਼ਾ ਚੱਲਦੀਆਂ ਰਹਿੰਦੀਆਂ ਸੀ, ਪਰ ਇਸ ਦੇ ਬਾਵਜੂਦ ਵੀ ਉਹ ਬੇਅੰਤ ਦਾ ਕਹਿਣਾ ਕਿ ਮੇਰਾ ਘਰ ਵਾਲਾ ਮਰ ਨਹੀਂ ਸਕਦਾ, ਸੁਸਾਈਡ ਨਹੀਂ ਸੀ ਕਰ ਸਕਦਾ। ਝੂਠ ਬੋਲਦੀ ਸੀ, ਬਹੁਤ ਜ਼ਿਆਦਾ ਝੂਠ ਬੋਲਦੀ ਹੈ। ਅੰਕਲ ਜਿਵੇਂ ਹੁਣ ਉਹਦੇ ਬੇਅੰਤ ਕੌਰ ਦੇ ਬਿਆਨ ਆ ਰਹੇ ਆ ਕਿ ਮੇਰੇ ਮਾਂ-ਬਾਪ ਆ, ਕੋਈ ਗੱਲ ਨਹੀਂ, ਜੋ ਚੀਜ਼ ਹੋ ਗਈ ਆ ਮੈਂ ਸੰਭੂੰਗੀ, ਇਹਨਾਂ ਦੇ ਕੋਲੇ ਆਉਂਗੀ ਜੇ ਮੈਨੂੰ ਆਉਣ ਦੀ ਜ਼ਰੂਰਤ ਪੈ ਗਈ। ਇਹਨਾਂ ਗੱਲਾਂ ਤੋਂ ਕੁਝ ਆਈ ਨਹੀਂ ਲੱਗਦਾ ਕਿ ਚਲੋ ਸ਼ਾਇਦ ਉਹ ਆਵੇ ਤੇ ਵਾਪਸ ਉਹਨੂੰ ਕਬੂਲ ਕਰ ਲਵੋਗੇ? ਉਹ ਤਾਂ ਵਕੀਲ ਕਰੀ ਬੈਠੀ ਹੈ, ਸਾਰਾ ਕੁਝ ਕਰੀ ਬੈਠੀ, ਆਉਂਦੀ ਕਿੱਥੇ? ਉਹ ਜਾਣ ਕੇ ਝੂਠ ਬਣਾ ਰਹੀ ਜਾਂਦੀ ਹੈਗੀ। ਇਹ ਸਵਾਲ ਬਹੁਤ ਅਜੀਬ ਲੱਗਦਾ ਹੈ ਕਿ ਕਿਵੇਂ ਮਹਿਸੂਸ ਹੋ ਰਿਹਾ, ਪਰ ਪੰਜਾਬ ਦੀ ਇਹ ਤਰਾਸਦੀ ਬਣ ਗਈ ਹੋਈ ਆ ਕਿ ਧੜਾ ਆਇਲਸ ਵਾਲੇ ਕੁੜੀਆਂ ਮੁੰਡਿਆਂ ਨੂੰ ਰਿਸ਼ਤੇ ਕਰ ਰਹੇ ਆ, ਔਰ ਕਿਤੇ ਨਾ ਕਿਤੇ ਸਾਡੀ ਮਨਸ਼ਾ ਇਹ ਹੁੰਦੀ ਆ ਕੁੜੀ ਦੇ ਉੱਤੇ ਪੈਸਾ ਲਾਓ, ਮੁੰਡਾ ਬਾਹਰ ਚਲਾ ਜਾਊਗਾ। ਹੁਣ ਕੀ ਲੱਗਦਾ ਹੈ ਕਿ ਤੁਸੀਂ ਇੱਕ ਪਿਓ ਜੀ ਨੇ ਸਾਰਾ ਕੁਝ ਗਵਾ ਲਿਆ, ਉਹ ਕੀ ਲੋਕਾਂ ਨੂੰ ਕਹਿਣਾ ਚਾਹੂਗਾ? ਮੈਂ ਤਾਂ ਇਹ ਕਹੂੰ ਵੀ ਬਾਹਰ ਜਾਣ ਦੀ ਲੋੜ ਨਹੀਂ, ਪੰਜਾਬ 'ਚ ਠੀਕ ਹੋ ਰਹੇ, ਆਪਦੇ ਘਰੇ ਰਹੋ, ਮਾਂ ਪਿਓ ਕੋਲ ਤਾਂ ਰਹੋਗੇ, ਸਭ ਠੀਕ ਹੈ। ਅੰਕਲ ਮੁੰਡਿਆਂ ਨੂੰ ਕੁਝ ਬਦਲ ਜਾਣ ਦੀ ਲੋੜ ਨਹੀਂ ਆ? ਲੱਗਦਾ ਨਹੀਂ ਆ ਕਿ ਕਿਸੇ ਦੇ ਉੱਤੇ ਨਿਰਭਰਤਾ ਜਿਹੜੀ ਆ ਘਟਾਉਣੀ ਚਾਹੀਦੀ ਆ, ਖੁਦ ਕੁਝ ਕਰਕੇ ਆਪਣੇ ਆਪ ਆਪਦਾ ਰਾਹ ਬਣਾ ਲੈਣਾ ਚਾਹੀਦਾ? ਤੁਹਾਨੂੰ ਲੱਗਦਾ ਨਹੀਂ ਕਿ ਇਦਾਂ ਹੋਣਾ ਚਾਹੀਦਾ? ਹਾਂ, ਜੇ ਖੁਦ ਆਪਦੀ ਆਈਲੈਟਸ ਕਰਦੇ ਹੋ ਫਿਰ ਵਗ ਜਾਓ, ਫਿਰ ਠੀਕ ਹੈ, ਵੀ ਕਿਸੇ ਦੇ ਪੈਸੇ ਲਾ ਕੇ ਜਾਣ ਦਾ ਕੋਈ ਫਾਇਦਾ ਨਹੀਂ। ਨਾਲੇ ਤਾਂ ਤੁਸੀਂ ਪੈਸਾ ਦਿੰਦੇ ਹੋ, ਨਾਲੇ ਕਿਸੇ ਤੇ ਡਿਪੈਂਡ ਹੋ ਕਿ ਅਗਲਾ ਤੁਹਾਨੂੰ ਬਾਹਰ ਲੈ ਕੇ ਗਿਆ, ਤੇ ਫਿਰ ਹਸ਼ਰ ਲਵਪ੍ਰੀਤ ਵਰਗਾ ਕਿਤੇ ਕਿਤੇ ਹੋ ਜਾਂਦਾ ਹੈ। ਹਾਂ ਜੀ, ਆਪ ਹੀ ਪੜ੍ਹ ਕੇ ਜੇ ਜਾਏ ਨਾ ਜਾਗ ਜੋ, ਨਹੀਂ ਬਸ ਕਿਸੇ ਦੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ। ਹੁਣ ਸਾਡਾ ਦੇਖ ਲਓ, ਜਿੰਨਾ ਤੱਕ ਮੁੰਡਾ ਗਿਆ, ਘਰ ਵੀ ਗਿਆ, ਸਾਰਾ ਕੁਝ ਗਿਆ, ਬਰਬਾਦ ਹੋ ਗਈ। ਪੁੱਤ ਕਹਿੰਦੇ ਬਾਹਾਂ ਹੁੰਦੀਆਂ ਆ, ਤੇ ਬੁਢਾਪੇ 'ਚ ਪੁੱਤ ਕੇਅਰ ਕਰਦੇ ਆ। ਇਸ ਵੇਲੇ ਇੱਥੇ ਬੈਠੇ ਆ ਜਦੋਂ ਬਹੁਤ ਸਾਰੇ ਲੋਕ ਤੁਹਾਡਾ ਸਾਥ ਦੇਣ ਦੀ ਕੋਸ਼ਿਸ਼ ਕਰਦੇ ਆ, ਸੋਚਿਆ ਸੀ ਕਦੇ ਵੀ ਇਸ ਤਰੀਕੇ ਦੇ ਨਾਲ ਮੈਨੂੰ ਕੁਝ ਦਿਨਾਂ ਬਾਅਦ ਇਹਨਾਂ ਹਾਲਾਂ 'ਚ ਬਹਿਣਾ ਪਊਗਾ ਕਿ ਮੈਨੂੰ ਆਪਣਾ ਬੱਚਾ ਜਿਹੜਾ ਹੈ ਹੀ ਨਹੀਂ ਇਸ ਦੁਨੀਆ ਤੇ, ਉਹਦੇ ਲਈ ਨਿਆਂ ਦੇ ਲਈ ਲੜਨਾ ਪਊਗਾ? ਉਹਦਾ ਹੁਣ ਤਾਂ ਕੰਮ ਵੀ ਬਹੁਤ ਕਰਦਾ ਸੀ, ਘਰ ਦਾ ਕੰਮ ਸਾਰਾ ਕਰਦਾ ਸੀ। ਮੈਂ ਠੇਕੇ ਵਾਲੇ ਬਣ ਜਾਂਦਾ ਸੀਗਾ, ਸਾਰਾ ਕੱਦੂ ਉਹਨੇ ਆਪ ਕਰਿਆ, ਝੋਨਾ ਲਾਇਆ
ਰੇਹ ਪਾਉਂਦਾ ਸੀ ਨਾਲ, ਵੱਟਾਂ ਪਾਉਂਦਾ, ਸਾਰਾ ਕੰਮ ਕਰਦਾ ਸੀਗਾ। ਤੁਹਾਨੂੰ ਲੱਗਦਾ ਨਹੀਂ ਕਿ ਉਹਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ, ਜਾਂ ਕੀ ਲੱਗਦਾ ਕਿਉਂ ਨਹੀਂ ਕੀਤੀ ਉਹਨੇ ਤੁਹਾਡੇ ਨਾਲ ਗੱਲ? ਕਿਉਂ ਨਹੀਂ ਦੱਸਿਆ ਕਿ ਮੈਂ ਐਡਾ ਵੱਡਾ ਫੈਸਲਾ ਲੈਣ ਲੱਗਾ? ਭਾਵੇਂ ਜੋ ਵੀ ਆ, ਇੱਕ ਕੁੜੀ ਇੰਨੀ ਇੰਪੋਰਟੈਂਟ ਨਹੀਂ ਹੋ ਸਕਦੀ ਕਿ ਉਹਦੇ ਲਈ ਉਹਨੇ ਐਡਾ ਵੱਡਾ ਫੈਸਲਾ ਲੈ ਲਿਆ। ਕਦੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਕਿ ਡੈਡੀ ਤੁਸੀਂ ਮੇਰੇ ਲਈ ਇੰਪੋਰਟੈਂਟ ਆ, ਪਰ ਆਹ ਚੀਜ਼ ਹੋ ਰਹੀ ਆ, ਮੈਂ ਨਹੀਂ ਬਰਦਾਸ਼ਤ ਕਰ ਪਾ ਰਿਹਾ? ਸਾਡੇ ਕੋਲ ਕੋਈ ਗੱਲ ਕਰਦੇ ਨਹੀਂ ਸੀ ਉਹ। ਸਮਾਂ ਉਹ ਕਹਿੰਦਾ ਮੇਰੇ ਭਾਣਜੇ ਦਾ ਫੋਨ ਆਉਂਦਾ ਵੀ ਬੇਅੰਤ, ਅਸੀਂ ਕਹਿੰਦੇ ਕਿਹਦਾ ਫੋਨ ਆਇਆ? ਬੇਅੰਤ ਦਾ ਆਇਆ। ਸਭ ਤੋਂ ਲੁਕੋ ਰੱਖਦੇ ਵੀ ਇਹਨਾਂ ਨੂੰ ਪਤਾ ਨਾ ਲੱਗ ਜੀ ਵੀ ਗੱਲ ਨਹੀਂ ਕਰਦੀ। ਉਹਨੂੰ ਹਾੜੀ ਕੱਢੀ ਜਾਂਦੀ ਉਹਦੇ, ਮੇਰੇ ਨਾਲ ਗੱਲ ਕਰ ਲੈ। 20 ਮਿੰਟ ਮੰਗਦੀ ਸਾਰੇ ਸਿਰਫ ਵੀ 20 ਮਿੰਟ ਮੇਰੇ ਨਾਲ ਗੱਲ ਕਰ ਲੈ। ਉਹ ਗੱਲ ਨਹੀਂ ਸੀ ਕਰਦੀ ਜਮੀ। ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਵਿਆਹ ਦੇਣਾ, ਕਿਤੇ ਆਈ ਨਹੀਂ ਲੱਗਦਾ ਕਿ ਆਪਣੇ ਤੋਂ ਵੀ ਕੋਈ ਗਲਤੀ ਹੋ ਗਈ? ਕਿ ਬਹੁਤ ਛੋਟੇ ਬੱਚੇ, ਕੁੜੀ ਬਹੁਤ ਛੋਟੀ ਆ, 18 ਸਾਲ ਦੇ ਬੱਚੇ ਨੂੰ ਕੁਝ ਸਮਝ ਨਹੀਂ ਹੁੰਦੀ, ਇੱਕਦਮ ਉਹਨੂੰ ਬਾਹਰਲੇ ਦੇਸ਼ ਭੇਜ ਦਿੱਤਾ ਗਿਆ। ਸ਼ਾਇਦ ਇੱਥੇ ਉਹ ਬੱਚੇ ਨੇ ਕਦੇ ਆਪਦੇ ਸ਼ਹਿਰ ਤੋਂ ਵੀ ਅੱਗੇ ਨਾ ਕੁਝ ਟੱਪਿਆ ਹੋਵੇ। ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਬਹੁਤ ਛੋਟੇ ਸੀਗੇ ਦੋਨੇ ਜਾਣੇ, ਉਹ ਸਿਆਣਪ ਨਹੀਂ ਸੀ ਜਿੰਨੇ ਵੱਡੇ ਰਿਸ਼ਤਿਆਂ 'ਚ, ਜਿੰਨੀਆਂ ਵੱਡੀ ਜ਼ਿੰਮੇਵਾਰੀਆਂ 'ਚ ਬੰਨ੍ਹ ਦਿੱਤਾ ਉਹਨਾਂ ਨੂੰ। ਸਾਡੇ ਰਿਸ਼ਤੇਦਾਰ 'ਚ ਹੋਇਆ ਸੀ ਸਾਕ ਧੱਕੇ ਨਾਲ, ਵੀ ਕਹਿੰਦੇ ਵੀ ਮੇਰੀ ਭੈਣ ਦਾ ਸਹੁਰਾ ਦੀ ਮਾਸੜ ਸਾਡਾ ਵੀ ਆਪੇ ਸਾਕ ਲਾਡੀ ਨੂੰ ਕਰਾਉਣਾ ਹੈ। ਉਹ ਉੱਥੇ ਵਿਆਹ ਹੋਇਆ ਖੁੱਡੀ ਕਲਾਂ, ਮੇਰੇ ਮਾਸੜ ਲੱਗਦੀ। ਉਹ ਕਹਿੰਦਾ ਫਿਰ ਰਿਸ਼ਤਾ ਆਪਾਂ ਲਾਡੀ ਨੂੰ ਕਰਾਉਣਾ ਇਹ। ਅਸੀਂ ਉਹਨੂੰ ਜਵਾਬ ਨਹੀਂ ਦੇ ਸਕੇ ਵੀ ਚੱਲ ਹੁਣ ਕਰਾਉਂਦੇ ਨੇ, ਸਿਆਣੇ ਬੰਦੇ ਨੇ, ਫੌਜੀ ਦੀ ਮਾਸੜ ਦਾ। ਅੰਕਲ ਹੁਣ ਮਹਿਸੂਸ ਕਰਦੇ ਹੋ ਇਹ ਚੀਜ਼ਾਂ ਕਿ ਬਹੁਤ ਛੋਟੇ ਸੀ ਉਹ ਬੱਚੇ? ਹੋ ਸਕਦਾ ਕੁੜੀ ਨੂੰ ਸਮਝ ਵੀ ਨਾ ਹੋਵੇ ਇੰਨੀ ਕਿ ਰਿਸ਼ਤੇ, ਮਤਲਬ ਇੱਕੋ ਦਮ ਇੱਕ ਘਰ ਦੀ ਨੂੰਹ ਬਣ ਗਈ, ਚਾਚੀ ਤਾਈ ਪਤਾ ਨਹੀਂ ਕਿੰਨੇ ਰਿਸ਼ਤੇ ਜੁੜ ਗਏ ਹੋਣੇ ਆ। ਬੜੀ ਛੋਟੀ ਸੀ, ਔਰ ਲਵਪ੍ਰੀਤ ਵੀ ਬਹੁਤ ਛੋਟਾ ਸੀ। ਜੇ ਉਹਨਾਂ ਦੀ ਚੈਟ ਜੇ ਪੜ੍ਹੀਏ ਤੇ ਲੱਗਦਾ ਹੈ ਕਿ ਉਹ ਇੰਨੇ ਸਮਝਦਾਰ ਨਹੀਂ ਸੀ ਕਿ ਇਹ ਰਿਸ਼ਤੇ ਨੂੰ ਨਿਭਾਉਣਾ ਕਿਵੇਂ ਆ, ਸਾਂਭਣਾ ਕਿਵੇਂ ਆ। ਲੱਗਦਾ ਨਹੀਂ ਹੈ ਕਿ ਇੰਨੇ ਛੋਟੇ ਛੋਟੇ ਬੱਚਿਆਂ ਦੇ ਰਿਸ਼ਤੇ ਤੈਅ ਕਰਕੇ ਹਜੇ ਵੀ ਅਸੀਂ ਲਗਾਤਾਰ ਧੜਾ ਧੜ ਹੋਈ ਜਾ ਰਹੇ ਆ। ਇਹ ਚੀਜ਼ਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਕੁਝ ਕਿਤੇ ਗਲਤੀ ਹੋਈ ਆ ਪਰਿਵਾਰਾਂ ਤੋਂ? ਗਲਤੀ ਹੈਗੀ ਵੀ ਛੋਟੇ ਵਿਆਹ ਤੇ ਵਾਲੇ ਜ਼ਿਆਦਾ ਵੀ ਉਹ ਧੱਕੇ ਨਾਲ ਸਾਨੂੰ ਦੱਸਦਾ ਵੀ ਰਿਸ਼ਤੇਦਾਰ ਜਵਾਬ ਨਹੀਂ ਦੇ ਸਕੇ ਅਸੀਂ। ਉਹ ਕਹਿੰਦੇ ਵੀ ਲਾਡੀ ਨੂੰ ਸਾਕ ਕਰਾਉਣਾ ਕਰਾ ਦਿਓ। ਭੇਜਣੀ ਤਾਂ ਕੁੜੀ ਸੀਗੀ ਬਾਹਰ, ਫੀਸ ਹੀ ਉੱਧਰ ਭਰਤੀ ਉਹਦੀ। ਜਿਹੜੇ ਲੋਕ ਹਜੇ ਵੀ ਅੰਕਲ ਇਹ ਚੀਜ਼ਾਂ ਕਰ ਰਹੇ ਆ ਕਿ ਵੇਟ ਕਰਦੇ ਆ ਅਸੀਂ ਵੀ 18 ਸਾਲ ਦੀ ਕੁੜੀ ਹੋ ਜੇ, ਆਇਲਸ ਕੀਤੀ ਹੋਈ ਆ ਤੇ ਫਟਾਫਟ ਰਿਸ਼ਤਾ ਹੋ ਜਾਂਦਾ, ਤੇ ਉਧਰ ਦਾ ਇੱਕ ਮਾਹੌਲ ਹੈ ਕਿ ਬੱਚਾ ਕੰਮ ਕਰਦਾ, ਬਹੁਤ ਜਗ੍ਹਾ ਤੇ ਜਾਂਦਾ, ਤੇ ਇੱਧਰ ਦਾ ਵੀ ਇੱਕ ਪ੍ਰੈਸ਼ਰ ਹੁੰਦਾ ਕਿ ਆਪਦੇ ਪੇਕਿਆਂ ਦੇ ਨਾਲ, ਸਹੁਰਿਆਂ ਦੇ ਨਾਲ, ਪਤੀ ਦੇ ਨਾਲ ਗੱਲ ਕਰਨੀ ਆ। ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਹੁਣ ਵੀ ਰਿਸ਼ਤੇ ਹੋ ਰਹੇ ਆ? ਤੁਹਾਡਾ 18-21 ਸਾਲ ਦੇ ਬੱਚਿਆਂ ਨੂੰ ਕੁਝ ਸਮਝ ਨਹੀਂ ਹੁੰਦੀ। 24-25 ਸਾਲਾਂ ਤੋਂ ਪਹਿਲਾਂ ਵਿਆਹਣਾ ਨਹੀਂ ਚਾਹੀਦਾ ਬੱਚਾ, ਘੱਟੋ ਘੱਟ 24-25 ਸਾਲਾਂ ਦਾ ਤਾਂ ਹੋਵੇ ਨਾ, ਮਾੜਾ ਮਾੜਾ ਸਮਝ ਹੀ ਆ ਜੇ। ਤੇ ਜਿਹੜੇ ਹੁਣ ਆਇਲਸ ਤੇ ਹੀ ਡਿਪੈਂਡ ਆ ਰਿਸ਼ਤੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆਇਲਸ ਜੀ ਤਾਂ ਹੁਣ ਮੁੰਡਾ ਆਪ ਪੜ੍ਹ ਕੇ ਜਾਂਦਾ ਕਰਕੇ ਠੀਕ ਹੈ ਜੀ, ਵੀ ਕਿਸੇ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਜੀ, ਪਤਾ ਨਹੀਂ ਗੱਲ ਕਰਨਾ। ਮਨ ਨੂੰ ਤਕਲੀਫ ਹੁੰਦੀ ਹੈ ਕਿ ਅੱਜ ਤੁਸੀਂ ਆਪਦੇ ਤੇ ਹੰਢਾ ਕੇ ਲੋਕਾਂ ਨੂੰ ਤੁਹਾਨੂੰ ਇਹ ਸੁਨੇਹਾ ਦੇਣਾ ਪੈ ਰਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਲਵੋ, ਚਾਹੇ ਉਹ ਕੁੜੀ ਹੈ ਚਾਹੇ ਮੁੰਡਾ? ਹਾਂ ਜੀ ਹਾਂ, ਮੈਂ ਤਾਂ ਆਪ ਕਹੀ ਜਾਂਦਾ ਵੀ ਜੇ ਆਪ ਮੁੰਡਾ ਪੜ੍ਹ ਕੇ ਜਾਂਦਾ ਠੀਕ ਹੈ, ਕਿਸੇ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ। ਅੱਜ 1.25 ਮਹੀਨਾ ਹੋ ਗਿਆ ਮੁੰਡੇ ਮਰੇ ਨੂੰ, ਪੁਲਿਸ ਵਾਲੇ ਨੇ ਹਜੇ ਤੱਕ ਗੇੜੇ ਲਵਾਈ ਜਾਂਦੇ ਨੇ, ਰੋਜ਼ ਵਗ ਜਾਂਦੇ ਮੁੰਡਿਆਂ ਨਾਲ, ਬਹੁਤ ਭੁੱਖੇ ਤੇ ਜਾ ਕੇ ਮੁੰਡਿਆਂ ਨੇ ਤੜਕੀ ਵਗ ਜਾਂਦੇ 9-9 ਵਜੇ ਨੇ ਰਾਤ ਨੂੰ। ਦੋਨੋਂ ਬੇਟੀਆਂ ਅੰਕਲ ਕੀ ਕਰਦੀਆਂ? ਇੱਕ ਨੇ ਤਾਂ ਆਇਲਸ ਕੀਤੀ ਹੈ, ਦੂਜੀ ਬੇਟੀ ਕੀ ਕਰਦੀ ਤੁਹਾਡੀ? ਵਿਆਹਤੀਆਂ ਬੇਟੀਆਂ ਦੋਨੇ ਵਿਆਹੀਆਂ ਹੋਈਆਂ ਨੇ। ਇੱਕ ਮੇਰੀ ਭੈਣ ਨੇ ਵਿਆਹਤੀ ਦੀ ਵੱਡੀ, ਉਹ ਲੈ ਗਈ ਸੀ ਨਿੱਕੀ ਜੀ ਨੂੰ, ਦੂਜੀ ਮੈਂ ਵਿਆਹਤੀ ਤੁਰੇ। ਦੂਜੇ ਤਾਂ ਹੁਣੇ ਜਿਨ੍ਹਾਂ ਨੂੰ ਆਇਲਸ ਕਰਾਈ ਸੀ ਉਹਨਾਂ ਦਾ ਜ਼ਿਕਰ ਕਰ ਰਹੇ ਹੋ, ਉਹ ਕਦੋਂ ਦੇ ਵਿਆਹੇ ਹੋਏ? ਮੁੰਡੇ ਦੇ ਨਾਲ ਹੀ ਰੋਕ ਇਕੱਠੀ ਸੀਗੀ, ਉਹ ਕੁੜੀ ਵੱਡੀ ਸੀਗੀ। ਹਾਂ, ਉਹ ਤਾਂ ਵਿਆਹਤੀ ਤਾਂ ਉਰੀ ਹੈ, ਹੁਣ ਉਹਦਾ ਬੇਟਾ ਵੀ ਉਹਦੇ ਕੋਲ ਤਾਂ। ਤੇ ਹੁਣ ਜਿਸ ਤਰੀਕੇ ਨਾਲ ਇੱਥੇ ਤੁਸੀਂ ਧਰਨਾ ਲਾਇਆ ਹੋਇਆ, ਮੀਂਹ ਦਾ ਮੌਸਮ ਹੈ, ਲੋਕ ਤੁਹਾਡਾ ਸਾਥ ਦੇ ਰਹੇ ਆ, ਕਦ ਤੱਕ ਤੁਸੀਂ ਬੈਠੋਗੇ? ਇਹ ਪਹਿਲਾਂ ਆਪਣੀ ਗੱਲ ਹੋਈ ਆ, ਕੱਲੀ ਧਾਰਾ ਬਦਲਵਾਉਣੀ ਆ ਜਾਂ ਕੋਈ ਹੋਰ ਉਮੀਦ ਕਰਦੇ ਹੋ ਉਸ ਬੱਚੀ ਤੋਂ? ਕੋਈ ਉਮੀਦ ਕਰਦੇ ਆ ਕੋਈ ਉਹਦੇ ਲਈ ਕੋਈ ਮਾਫੀ ਜਾਂ ਕੁਝ ਇਦਾਂ ਦਾ ਮਨ 'ਚ ਹੈ ਤੁਹਾਡੇ? ਤਾਂ ਉਹਨਾਂ ਪਰਿਵਾਰ ਸਾਰਾ ਵੀ ਵਿੱਚ ਲੈਣਾ ਹੈਗਾ, 306 ਪਰਚਾ ਕਰਾਉਣਾ ਚਾਹੁੰਦੇ ਆ, ਪਰਿਵਾਰ ਸਾਰਾ ਅੰਦਰ ਹੋਵੇ ਜੀ। ਹੁਣ ਐਂ ਲੱਗਦਾ ਵੀ ਮਾਫ ਨਹੀਂ ਕਰਦੇ? ਮਾਫ ਨਹੀਂ ਹੁੰਦੇ ਕਰਦੇ, ਭਾਵੇਂ ਸਾਨੂੰ 10 ਦਿਨ ਬੈਠਣਾ ਪਏ ਜੀ, ਕਿੰਨਾ ਮਰਜ਼ੀ ਬੈਠਣਾ, ਉੱਠਦੇ ਨਹੀਂ ਹੈਗੇ ਇਸ ਤੋਂ, ਪਰਚਾ ਕਰਾ ਕੇ ਉੱਠਾਂਗੇ। ਲੋਕ ਸਾਡੇ ਨਾਲ ਸਾਥ ਬਹੁਤ ਦਿੰਦੇ ਨੇ, ਬਸ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਲਵਪ੍ਰੀਤ ਦੇ ਪਿਤਾ ਜੀ। ਬਿਨਾਂ ਸ਼ੱਕ ਇਹ ਇਸ ਵੇਲੇ ਵਕਤ ਇਹੋ ਜਿਹਾ ਹੈ ਕਿ ਸਾਨੂੰ ਜ਼ਰੂਰ ਸਿੱਖਣ ਦੀ ਲੋੜ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਬਹੁਤ ਗਲਤ ਹੋ ਗਿਆ ਪਰਿਵਾਰ ਦੇ ਨਾਲ, ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ ਕਿ ਅਸੀਂ ਲਾਲਚ ਪੰਜਾਬੀ ਇੰਨੇ ਕੁ ਅੰਨੇ ਹੋ ਚੁੱਕੇ ਆ ਕਿ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਵਿਆਹ ਰਹੇ ਆ, ਜਿਨ੍ਹਾਂ ਨੂੰ ਨਾ ਰਿਸ਼ਤਿਆਂ ਦੀ ਸਮਝ ਆ, ਔਰ ਐਡੀ ਵੱਡੀ ਜ਼ਿੰਮੇਵਾਰੀ ਕਿ ਇੱਕ ਛੋਟੀ ਜਿਹੀ ਬੱਚੀ ਨੂੰ ਕੈਨੇਡਾ ਚੜ੍ਹਾ ਦਿੱਤਾ ਜਾਂਦਾ, ਔਰ ਉਹਦੇ ਉੱਤੇ ਸਹੁਰਿਆਂ ਦਾ ਜਿਹੜਾ ਇੱਕ ਕਹਿ ਸਕਦੇ ਆ ਕਿ ਲੋੜ ਆ ਮਨ ਦੇ ਉੱਤੇ, ਔਰ ਪੇਕਿਆਂ ਦਾ, ਔਰ ਇੱਕ ਨਵੀਂ ਦੁਨੀਆ, ਔਰ ਇੱਕਦਮ ਆਜ਼ਾਦੀ ਮਿਲਣੀ, ਤੇ ਬੱਚੇ ਨੂੰ ਅਹਿਸਾਸ ਤੱਕ ਨਹੀਂ ਹੈ ਕਿ ਉਹ ਕਿੱਡੀ ਵੱਡੀਆਂ ਜ਼ਿੰਮੇਵਾਰੀਆਂ 'ਚ ਬੱਝਿਆ ਹੋਇਆ, ਤੇ ਉੱਥੇ ਜਾ ਕੇ ਉਹਦੀ ਮਨ ਦੀ ਸੁਣਦਾ ਤੇ ਸ਼ਾਇਦ ਕਿਸੇ ਹੋਰ ਦੇ ਰਿਲੇਸ਼ਨ ਦੇ ਵਿੱਚ
ਚਲਾ ਜਾਂਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ। ਬਿਨਾਂ ਸ਼ੱਕ ਪ੍ਰਵਾਸ ਕਰਨਾ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਸਾਡੀ ਮਜਬੂਰੀ ਬਣਾ ਦਿੱਤਾ, ਪਰ ਪ੍ਰਵਾਸ ਦਾ ਇਹ ਤਰੀਕਾ ਜਿਹੜਾ ਹਰਗਿਜ਼ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਦੀ ਅਸਲ ਦੇ ਵਿੱਚ ਬਲੀ ਦੇ ਰਹੇ ਹਾਂ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਮੈਂ ਰਮਨ ਤੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਔਨ ਏਅਰ ਦੇ ਲਈ।